पिता परमेश्वर का प्रेम ते परमेश्वर की कृपा तुहाडे सबना घरां पर ठहरे। ये मेरी दुआ है परमेश्वर के मोरे। लूका दी इंजील ਉਹਦਾ 15वां चैप्टर है, 11 ਤੋਂ ਲਾ ਕੇ 32 तक पढ़ांगा। लूक चैप्टर 15 11 to 32। फिर उसने कहा कि एक मनुख दे दो पुत्र सन ते उन्हां विचों छोटे ने प्यो नूं आखिया, पिता जी माल दा जिहड़ा हिस्सा मैनूं पहुंचदा है सो मैनूं दे दिओ। तां उसने उन्हां नूं पूंजी वंड दित्ती। थोड़े दिनां पिछों छोटा पुत्र सब कुछ इकट्ठा करके दूर देश नूं चले गया और उत्थे अपना माल बदचलनी नाल उड़ा दिता। जां ਉਹ सब खर्च कर चुकिया ਤਾਂ उस देश ਵਿੱਚ ਵੱਡਾ ਕਾਲ ਪੈ ਗਿਆ ਤੇ ਉਹ ਮੁਹਤਾਜ ਹੋਣ ਲੱਗਾ। ਤਾਂ ਉਹ ਉਸ ਦੇਸ਼ ਦੇ ਕਿਸੇ ਰਹਿਣ ਵਾਲੇ ਦੇ ਕੋਲ ਜਾ ਰਿਹਾ ਤੇ ਉਸਨੇ ਉਹਨੂੰ ਆਪਣੇ ਖੇਤਾਂ ਵਿੱਚ ਸੂਰਾਂ ਦੇ ਚਾਰਨ ਲਈ ਘੱਲਿਆ ਔਰ ਉਹ ਉਹਨਾਂ ਛਿਲੜਾਂ ਨਾਲ ਜਿਹੜੇ ਸੂਰ ਖਾਂਦੇ ਸਨ ਆਪਣਾ ਢਿੱਡ ਭਰਨਾ ਚਾਹੁੰਦਾ ਸੀ, ਪਰ ਕਿਨੇ ਉਹਨੂੰ ਕੁਝ ਨਾ ਦਿੱਤਾ। ਪਰ ਉਹਨੇ ਸੁਰਤ ਵਿੱਚ ਆਣ ਕੇ ਕਿਹਾ, ਭਾਈ ਮੇਰੇ ਪਿਓ ਦੇ ਘਰ ਕਿੰਨੇ ਹੀ ਕਾਮਿਆਂ ਲਈ ਬਾਫਰ ਰੋਟੀਆਂ ਹਨ ਅਤੇ ਮੈਂ ਇੱਥੇ ਭੁੱਖਾ ਮਰਦਾ ਹਾਂ। ਮੈਂ ਉੱਠ ਕੇ ਆਪਣੇ ਪਿਤਾ ਕੋਲ ਜਾਵਾਂਗਾ ਤੇ ਉਸ ਨੂੰ ਆਖਾਂਗਾ, ਪਿਤਾ ਜੀ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਸਦਾਵਾਂ। ਮੈਨੂੰ ਆਪਣੀਆਂ ਕਾਮਿਆਂ ਵਿੱਚੋਂ ਇੱਕ ਜਿਹਾ ਰੱਖ ਲਓ। ਸੋ ਉਹ ਉੱਠ ਕੇ ਆਪਣੇ ਪਿਓ ਕੋਲ ਗਿਆ, ਪਰ ਉਹ ਅਜੇ ਦੂਰ ਹੀ ਸੀ ਕਿ ਉਹਦੇ ਪਿਓ ਨੇ ਉਹਨੂੰ ਦੇਖਿਆ ਤੇ ਉਸ ਨੂੰ ਤਰਸ ਆਇਆ ਔਰ ਦੌੜ ਕੇ ਗਲੇ ਲਾ ਲਿਆ ਅਤੇ ਉਹਨੂੰ ਚੁੰਮਿਆ। ਔਰ ਪਿਤਾ ਨੇ ਉਸ ਨੂੰ ਆਖਿਆ, ਪਿਤਾ ਜੀ। ਪੁੱਤਰ ਨੇ ਉਸ ਨੂੰ ਆਖਿਆ, ਪਿਤਾ ਜੀ ਮੈਂ ਅਸਮਾਨ ਦੇ ਵਿਰੁੱਧ ਤੇ ਤੁਹਾਡੇ ਗੁਨਾਹ ਕੀਤਾ ਹੈ, ਤੁਹਾਡੇ ਅੱਗੇ ਗੁਨਾਹ ਕੀਤਾ ਹੈ। ਹੁਣ ਮੈਂ ਇਸ ਯੋਗ ਨਹੀਂ ਜੋ ਫਿਰ ਤੁਹਾਡਾ ਪੁੱਤਰ ਸਦਾਵਾਂ। ਪਰ ਪਿਤਾ ਨੇ ਆਪਣੇ ਨੌਕਰਾਂ ਨੂੰ ਕਿਹਾ ਕਿ ਸਭ ਤੋਂ ਚੰਗੇ ਵਸਤਰ ਛੇਤੀ ਕੱਢ ਕੇ ਇਹਨੂੰ ਪਹਿਨਾਓ ਔਰ ਇਹਦੇ ਹੱਥ ਵਿੱਚ ਅੰਗੂਠੀ ਔਰ ਪੈਰੀਂ ਜੁੱਤੀ ਪਾਓ ਅਤੇ ਪਲਿਆ ਹੋਇਆ ਬੱਚਾ ਲਿਆ ਕੇ ਕੱਟੋ। ਭਾਈ ਖਾਈਏ ਅਤੇ ਖੁਸ਼ੀ ਕਰੀਏ, ਕਿਉਂ ਜੋ ਇਹ ਮੇਰਾ ਪੁੱਤਰ ਮੋਇਆ ਹੋਇਆ ਸੀ ਅਤੇ ਫਿਰ ਜੀ ਪਿਆ ਹੈ, ਗੁਆਚ ਗਿਆ ਸੀ ਫਿਰ ਲੱਭ ਪਿਆ ਹੈ। ਸੋ ਉਹ ਲੱਗੇ ਖੁਸ਼ੀ ਕਰਨ। ਪਰ ਉਹਦਾ ਵੱਡਾ ਪੁੱਤਰ ਜੋ ਖੇਤ ਵਿੱਚ ਸੀ ਔਰ ਜਾਂ ਉਹ ਆਣ ਕੇ ਘਰ ਦੇ ਨੇੜੇ ਅਪੜਿਆ ਤੇ ਗਾਉਣ ਵਜਾਉਣ ਤੇ ਨੱਚਣ ਦੀ ਆਵਾਜ਼ ਸੁਣੀ। ਤਦ ਨੌਕਰਾਂ ਵਿੱਚੋਂ ਇੱਕ ਨੇ ਆਪਣੇ ਕੋਲ ਸੱਦ ਕੇ ਪੁੱਛਿਆ, ਭਾਈ ਇਹ ਕੀ ਹੈ? ਉਸਨੇ ਉਹਨੂੰ ਆਖਿਆ, ਤੇਰਾ ਭਰਾ ਆਇਆ ਹੈ ਅਤੇ ਤੇਰੇ ਪਿਓ ਨੇ ਪਲਿਆ ਹੋਇਆ ਬੱਚਾ ਕੱਟਿਆ ਹੈ, ਇਸ ਲਈ ਜੋ ਉਹਨੂੰ ਭਲਾ ਚੰਗਾ ਪਾਇਆ। ਪਰ ਉਹ ਗੁੱਸੇ ਹੋਇਆ ਅਤੇ ਅੰਦਰ ਜਾਣ ਨੂੰ ਉਹਦਾ ਜੀ ਨਾ ਕੀਤਾ। ਉਹਦਾ ਪਿਓ ਬਾਹਰ ਆਣ ਕੇ ਉਹਨੂੰ ਮਨਾਉਣ ਲੱਗਾ, ਪਰ ਉਹਨੇ ਆਪਣੇ ਪਿਓ ਨੂੰ ਉੱਤਰ ਦਿੱਤਾ, ਵੇਖ ਮੈਂ ਇੰਨੇ ਵਰ੍ਹਿਆਂ ਤੋਂ ਤੁਹਾਡੀ ਟਹਿਲ ਕਰਦਾ ਆਇਆ ਹਾਂ ਅਤੇ ਤੁਹਾਡਾ ਹੁਕਮ ਕਦੇ ਨਹੀਂ ਮੋੜਿਆ, ਪਰ ਤੁਸੀਂ ਮੈਨੂੰ ਕਦੇ ਇੱਕ ਪਠੋਰਾ ਵੀ ਨਹੀਂ ਨਾ ਦਿੱਤਾ ਜੋ ਆਪਣੇ ਬੇਲੀਆਂ ਨਾਲ ਖੁਸ਼ੀ ਕਰਾਂ। ਪਰ ਜਦ ਤੁਹਾਡਾ ਇਹ ਪੁੱਤਰ ਆਇਆ ਜਿਹਨੇ ਕੰਜਰੀਆਂ ਦੇ ਮੂੰਹ ਤੇਰੀ ਪੂੰਜੀ ਅਡਾ ਦਿੱਤੀ, ਤੁਸੀਂ ਉਹਦੇ ਲਈ ਪਲਿਆ ਹੋਇਆ ਬੱਚਾ ਕੱਟਿਆ। ਪਰ ਉਹਨੇ ਉਸ ਨੂੰ ਆਖਿਆ, ਬੱਚਾ ਤੂੰ ਸਦਾ ਮੇਰੇ ਨਾਲ ਹੈ ਅਤੇ ਮੇਰਾ ਸਭ ਕੁਝ ਤੇਰਾ ਹੈ। ਪਰ ਖੁਸ਼ੀ ਕਰਨੀ ਤੇ ਆਨੰਦ ਹੋਣਾ ਯੋਗ ਸੀ, ਕਿਉਂਕਿ ਇਹ ਤੇਰਾ ਭਰਾ ਮੋਇਆ ਹੋਇਆ ਸੀ ਅਤੇ ਫਿਰ ਜੀ ਪਿਆ ਹੈ, ਗੁਆਚ ਗਿਆ ਸੀ ਤੇ ਹੁਣ ਲੱਭ ਪਿਆ ਹੈ। ਇਹ ਇੱਕ ਦ੍ਰਿਸ਼ਟਾਂਤ ਸੀ ਜੋ ਅਜਾਰੂ ਪੁੱਤਰ ਦਾ ਸੀ ਤੇ ਇੱਥੇ ਫਰੀਸੀਆਂ ਤੇ ਗ੍ਰੰਥੀਆਂ ਨੂੰ ਪ੍ਰਭੂ ਯਿਸੂ ਮਸੀਹ ਦ੍ਰਿਸ਼ਟਾਂਤਾਂ ਦੇ ਰਾਹੀਂ ਉਹਨਾਂ ਨੂੰ ਸਿੱਖਿਆ ਦਿੰਦਾ ਸੀ, ਉਹਨਾਂ ਨੂੰ ਦੱਸਦਾ ਸੀ। ਇਸ ਦ੍ਰਿਸ਼ਟਾਂਤ ਦੇ ਚਾਲੂ ਵਿੱਚ ਹੀ ਪਤਾ ਲੱਗਦਾ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਖੋ ਬੈਠਾ ਸੀ। ਪਿਤਾ ਨੇ ਆਪਣਾ ਮਾਲ ਅੱਧਾ ਗੁਆ ਬੈਠਾ ਸੀ।
ਫਿਰ ਵੀ ਪਿਤਾ ਨੇ ਆਪਣੀ ਆਸ ਨਹੀਂ ਗਵਾਈ ਕਿ ਇਹ ਅਜਾਰੂ ਪੁੱਤਰ ਜ਼ਰੂਰ ਵਾਪਸ ਆਵੇਗਾ। ਉਸਦੇ ਇੰਤਜ਼ਾਰ ਵਿੱਚ ਲੱਗਾ ਰਹਿੰਦਾ ਸੀ। ਮਸੀਹੋ, ਸਾਨੂੰ ਵੀ ਆਸ ਨਹੀਂ ਗਵਾਉਣੀ ਚਾਹੀਦੀ। ਜੋ ਸਾਡੇ ਭੈਣ ਭਰਾ ਜਾਂ ਨੌਜਵਾਨ ਚਰਚ ਨੂੰ ਛੱਡ ਕੇ ਜਾਂ ਠੰਡੇ ਪੈ ਗਏ ਹਨ, ਉਹ ਇੱਕ ਦਿਨ ਜ਼ਰੂਰ ਵਾਪਸ ਆਉਣਗੇ। ਤੁਸੀਂ ਰੈਡੀ ਰਹੋ ਉਹਨਾਂ ਨੂੰ ਸਵੀਕਾਰ ਕਰਨ ਵਾਸਤੇ, ਜਿੱਦਾਂ ਪਿਤਾ ਇੱਥੇ ਆਪਣੇ ਪੁੱਤਰ ਨੂੰ ਸਵੀਕਾਰ ਕਰਨ ਵਾਸਤੇ ਰੈਡੀ ਸੀ। ਹੁਣ ਲੋਕਡਾਊਨ ਦਿਨ ਬ ਦਿਨ ਖੁੱਲਦਾ ਜਾਂਦਾ ਹੈ। ਬਹੁਤ ਸਾਰੇ ਅਜਾਰੂ ਪੁੱਤਰ ਵਾਂਗੂ ਹੋਸ਼ ਵਿੱਚ ਆਉਣਗੇ ਤੇ ਚਰਚਾਂ ਵਿੱਚ ਆਉਣ ਲੱਗ ਪੈਣਗੇ। ਜਾਣੀ ਕਿ ਮੇਰਾ ਕਹਿੰਦਾ ਭਾਵ ਹੈ ਕਿ ਪ੍ਰਭੂ ਦੀ ਕਲੀਸਿਆ ਵਿੱਚ ਆਤਮਾ ਦੀ ਅਗਵਾਈ ਦੇ ਨਾਲ ਉਹ ਵਾਪਸ ਆਉਣਗੇ। ਆਪਾਂ ਉਹਨਾਂ ਨਾਲ ਕਿਹੋ ਜਿਹਾ ਵਰਤਾਓ ਕਰਨਾ ਹੈ? ਸਾਡਾ ਸੁਭਾਅ ਪਿਤਾ ਦੇ ਵਰਗਾ ਹੋਣਾ ਚਾਹੀਦਾ ਹੈ ਜੋ ਅਜਾਰੂ ਪੁੱਤਰ ਦਾ ਸੀ। ਤੇ ਪਾਦਰੀਆਂ ਦੇ ਕੋਲ ਵੀ ਤੇ ਕਲੀਸਿਆ ਦੇ ਸਾਰੇ ਮੈਂਬਰਾਂ ਕੋਲ ਵੀ, ਮੇਰਾ ਕਹਿੰਦਾ ਭਾਵ ਹੈ ਜਿੰਨੇ ਵੀ ਸਾਡੇ ਕਲੀਸਿਆ ਦੇ ਮੈਂਬਰ ਹਨ, ਸਾਰੇ ਦੇ ਕੋਲ ਇਹ ਇੱਕ ਮਾਫ ਕਰਨ ਵਾਲਾ ਆਤਮਾ ਸਾਡੇ ਵਿੱਚ ਹੋਣਾ ਚਾਹੀਦਾ ਹੈ ਕਿ ਜਦੋਂ ਨੌਜਵਾਨ ਵਾਪਸ ਆਉਣ, ਅਸੀਂ ਉਹਨਾਂ ਨੂੰ ਦਿਲੋਂ ਮਾਫ ਕਰ ਸਕੀਏ। ਸਾਡੇ ਦਿਲਾਂ ਵਿੱਚ ਕਿਸੇ ਪਾਸੇ ਵੀ ਕੋਈ ਲਾਗਬਾਜ਼ੀ ਨਾ ਹੋਵੇ, ਨਾ ਕੋਈ ਕ੍ਰੋਧ ਹੋਵੇ। ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਵੈਲਕਮ ਕਰ ਸਕੀਏ, ਕਿਉਂਕਿ ਉਹ ਪਰਮੇਸ਼ਰ ਦੀ ਕਲੀਸਿਆ ਦੇ ਵਿੱਚ ਆਏ ਹਨ ਤੇ ਆਪਾਂ ਉਹਨਾਂ ਨੂੰ ਆਪਣਾ ਪ੍ਰੇਮ ਦਿਖਾਉਣਾ ਹੈ। ਪ੍ਰੇਮ ਉਹ ਹੈ ਜੋ ਪਰਪਣ ਵਾਲਾ ਪ੍ਰੇਮ, ਜਿਹਨੂੰ ਆਪਾਂ ਅੱਬੀ ਪ੍ਰੇਮ ਕਹਿੰਦੇ ਹਾਂ, ਰੱਬੀ ਪ੍ਰੇਮ ਕਹਿੰਦੇ ਹਾਂ, ਤਾਂ ਕਿ ਉਹ ਵੀ ਮਹਿਸੂਸ ਕਰ ਸਕਣ ਕਿ ਸਾਨੂੰ ਮਾਫ ਕੀਤਾ ਹੋਇਆ, ਸਾਨੂੰ ਮਾਫ ਕਰ ਦਿੱਤਾ ਹੈ ਤੇ ਸਾਨੂੰ ਸਵੀਕਾਰ ਕਰ ਲਿਆ ਹੈ। ਮੈਂ ਹੁਣ ਗੁਆਚਿਆ ਹੋਇਆ ਨਹੀਂ ਹਾਂ, ਬਲਕਿ ਮੈਨੂੰ ਇੱਕ ਫੈਮਿਲੀ ਦੀ ਮੈਂਬਰ, ਇੱਕ ਫੈਮਿਲੀ ਤਰ੍ਹਾਂ ਮੈਨੂੰ ਮੈਂਬਰ ਬਣਾ ਲਿਆ ਹੈ। ਫੈਮਿਲੀ ਦੇ ਵਿੱਚ ਮੈਨੂੰ ਇੱਕ ਮੈਂਬਰ ਬਣਾ ਲਿਆ ਹੈ। ਜਿਹੜੀ ਕਲੀਸਿਆ ਹੈ ਉਹ ਇੱਕ ਫੈਮਿਲੀ ਦੀ, ਪਰਮੇਸ਼ਰ ਦੀ ਫੈਮਿਲੀ ਤਰ੍ਹਾਂ ਹੈ। ਪ੍ਰਭੂ ਯਿਸੂ ਮਸੀਹ ਆਇਆ ਗੁਆਚਿਆ ਹੋਇਆਂ ਨੂੰ ਭਾਲਣ ਲਈ ਤੇ ਬਚਾਉਣ ਵਾਸਤੇ। ਸੋ ਸਾਨੂੰ ਵੀ ਪਿਤਾ ਪਰਮੇਸ਼ਰ ਦੇ ਪੁੱਤਰ ਵਰਗੇ ਹੋਣਾ ਚਾਹੀਦਾ ਹੈ ਤੇ ਸਾਡਾ ਵੀ ਸੁਭਾਅ ਪਿਤਾ ਪਰਮੇਸ਼ਰ ਦੇ ਪੁੱਤਰ ਵਰਗਾ ਹੋਣਾ ਚਾਹੀਦਾ ਹੈ। ਪੌਲ ਰਸੂਲ ਕਹਿੰਦਾ ਹੈ, ਜਿੱਦਾਂ ਮੈਂ ਪ੍ਰਭੂ ਯਿਸੂ ਮਸੀਹ ਦੀ ਰੀਸ ਕਰਦਾ ਹਾਂ, ਇਦਾਂ ਤੁਸੀਂ ਵੀ ਰੀਸ ਕਰੋ। ਕਾਇਨ ਤੇ ਹਾਬਿਲ ਦੋ ਭਰਾ ਸਨ। ਆਪਾਂ ਕਾਇਨ ਵਰਗੇ ਨਹੀਂ ਬਣਨਾ। ਉਹ ਤਾਂ ਆਪਣੇ ਭਰਾ ਦੇ ਨਾਲ ਜੈਲਸ ਕਰਦਾ ਸੀ ਤੇ ਉਸ ਦੇ ਵਿਰੁੱਧ ਉੱਠ ਕੇ ਉਹਨੂੰ ਮਾਰ ਸੁੱਟਿਆ ਸੀ। ਮਤੀ ਦੀ ਇੰਜੀਲ ਉਹਦਾ 21ਵਾਂ ਚੈਪਟਰ ਹੈ, 28 ਤੋਂ 32 ਤੱਕ। ਫਿਰ ਆਪਾਂ ਇੱਕ ਦ੍ਰਿਸ਼ਟਾਂਤ ਹੋਰ ਪੜ੍ਹਦੇ ਹਾਂ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਇੱਕ ਮਨੁੱਖ ਦੇ ਦੋ ਪੁੱਤਰ ਸਨ। ਇਹ ਮੈਂ ਬੜਾ ਕੁਝ ਨਹੀਂ ਕਹਿੰਦਾ, ਪਰ ਫਿਰ ਉਸਨੇ ਕਿਹਾ ਕਿ ਇਹਨਾਂ ਦੋਹਾਂ ਦੇ ਵਿੱਚੋਂ ਕਿਹਨ ਪਰਮੇਸ਼ਰ ਦੀ ਮਰਜ਼ੀ ਨੂੰ ਪੂਰਾ ਕੀਤਾ, ਜਾਂ ਪਿਤਾ ਦੀ ਮਰਜ਼ੀ ਨੂੰ ਕਿਹਨੇ ਪੂਰਾ ਕੀਤਾ? ਸਾਡੇ ਪਿਤਾ ਪਰਮੇਸ਼ਰ ਦੇ ਪੁੱਤਰ ਦੀ ਹਾਂ ਦੀ ਹਾਂ ਹੈ ਤੇ ਨਾ ਦੀ ਨਾ ਹੁੰਦੀ ਹੈ। ਪਿਤਾ ਦੀ ਮਰਜ਼ੀ ਨੂੰ ਪੂਰਾ ਕਰਨ ਆਇਆ ਸੀ ਜੋ ਪ੍ਰਭੂ ਯਿਸੂ ਸੀ। ਪ੍ਰਭੂ ਨੂੰ ਹਰ ਇੱਕ ਦੀ ਪਰਵਾਹ ਹੈ। ਜਿੱਦਾਂ ਇੱਥੇ ਅਜਾਰੂ ਪੁੱਤਰ ਨੂੰ ਪਿਤਾ ਨੇ ਉਸਦੇ ਲਈ ਚੰਗੇ ਚੰਗੇ ਵਸਤਰ ਪਹਿਨਣ ਨੂੰ ਦਿੱਤੇ, ਹੱਥ ਵਿੱਚ ਅੰਗੂਠੀ ਦਿੱਤੀ ਪਾਉਣ ਵਾਸਤੇ ਤੇ ਪੈਰੀਂ ਜੁੱਤੀ ਪਾਉਣ ਵਾਸਤੇ ਦਿੱਤੀ। ਤੇ ਫਿਰ ਇੱਕ ਉਸਨੇ ਵੱਡੇ ਦਿਨ ਵਿੱਚ, ਇਸ ਵੱਡੇ ਦਿਨ ਲਈ ਉਸਨੇ ਆਪਣੇ ਸਾਰੇ ਪਿੰਡ ਨੂੰ ਸੱਦ ਕੇ ਖੁਸ਼ੀ ਮਨਾਈ ਤੇ ਉਹਨਾਂ ਨੂੰ ਖਾਣਾ ਪੀਣਾ ਦਿੱਤਾ। ਇਹ ਪੁੱਤਰ ਮੋਇਆ ਹੋਇਆ ਸੀ, ਫਿਰ ਜੀ ਪਿਆ ਹੈ। ਇਹ ਗੁਆਚਿਆ ਹੋਇਆ ਸੀ, ਇਹ ਲੱਭਿਆ ਹੈ। ਉਹ ਲੱਗੇ ਖੁਸ਼ੀ ਕਰਨ। ਪਰ ਲੇਕਿਨ ਅਜਾਰੂ ਪੁੱਤਰ ਦਾ ਇੱਕ ਵੱਡਾ ਭਰਾ ਸੀ ਜੋ ਖੇਤਾਂ ਵਿੱਚ ਕੰਮ ਕਰਦਾ ਸੀ ਤੇ ਵਾਪਸ ਆ ਰਿਹਾ ਸੀ ਤੇ ਉਸਨੇ ਘਰ ਦੇ ਨੇੜੇ ਆਣ ਕੇ ਗਾਉਣ ਵਜਾਉਣ ਤੇ ਨੱਚਣ ਦੀ ਆਵਾਜ਼ ਸੁਣੀ। ਤਦ ਉਹਨੇ ਇੱਕ ਨੌਕਰ ਨੂੰ ਕੋਲ ਬੁਲਾ ਕੇ ਕਿਹਾ, ਇਹ ਕੀ ਹੋ ਰਿਹਾ ਹੈ? ਉਸ ਨੌਕਰ ਨੇ ਸਾਰਾ ਕੁਝ ਦੱਸ ਦਿੱਤਾ ਤੇ ਅਜਾਰੂ ਦੇ ਪੁੱਤਰ ਦਾ ਵੱਡਾ ਭਰਾ ਬਹੁਤ ਕ੍ਰੋਧ ਵਿੱਚ ਆਇਆ ਤੇ ਅੰਦਰ ਜਾਣ ਨੂੰ ਉਹਦਾ ਜੀ ਨਾ ਕੀਤਾ। ਪਰ ਲੇਕਿਨ ਉਸ ਦਾ ਪਿਤਾ ਬਾਹਰ ਆਣ ਕੇ ਆਪਣੇ ਪੁੱਤਰ ਨੂੰ ਮਨਾਉਣ ਲੱਗਾ।
ਅਤੇ ਉਸਨੇ ਉਸਦੀ ਇੱਕ ਗੱਲ ਵੀ ਨਹੀਂ ਮੰਨੀ। ਉਹਦਾ ਸੁਭਾਅ ਇਹ ਵੀ, ਇਹਦੇ ਸੁਭਾਅ ਵਿੱਚ ਇਹ ਇੱਕ ਗੁਆਚਿਆ ਹੋਇਆ ਇਨਸਾਨ ਸੀ। ਮੇਰਾ ਕਹਿਣ ਦਾ ਭਾਵ ਇਹ ਹੈ ਕਿ ਜੋ ਵੱਡਾ ਪੁੱਤਰ ਸੀ ਉਹ ਵੀ ਇੱਕ ਗੁਆਚੇ ਹੋਏ ਤਰ੍ਹਾਂ ਸੀ। ਆਪਾਂ ਜਾਣਦੇ ਹਾਂ ਕਿ ਉਹ ਛੋਟੇ ਭਰਾ ਵਾਸਤੇ ਉਹਦੇ ਦਿਲ ਵਿੱਚ ਬਹੁਤ ਸਾਰਾ ਗੁੱਸਾ ਸੀ। ਉਹ ਆਪਣੇ ਭਰਾ ਨੂੰ ਪਿਆਰ ਨਹੀਂ ਸੀ ਕਰਦਾ। ਉਸਦੇ ਕੋਲ ਕੋਈ ਵੀ ਖੁਸ਼ੀ ਨਹੀਂ ਸੀ ਕਿ ਮੇਰਾ ਭਰਾ ਵਾਪਸ ਆ ਗਿਆ ਹੈ। ਉਹ ਬਲਕਿ ਬੜਬੜਾਉਣ ਲੱਗਾ। ਕੋਈ ਵੀ ਉਹਦੇ ਵਿੱਚ ਕੋਈ ਕੰਸਰਨ ਨਹੀਂ ਸੀ ਰੱਖਦਾ ਤੇ ਨਾ ਹੀ ਉਹਦੇ ਕੋਲ ਪਿਆਰ ਸੀ। ਉਹ ਇੱਕ ਵੱਡਾ ਖੁਦਗਰਜ਼ ਸੀ। ਪਿਤਾ ਦਾ ਆਗਿਆਕਾਰੀ, ਪਰ ਲੇਕਿਨ ਉਹਦੇ ਵਿੱਚ ਕੋਈ ਖੁਸ਼ੀ ਹੈ ਨਹੀਂ ਸੀ। ਆਗਿਆਕਾਰੀ ਯੂ ਕਰਦਾ ਸੀ ਪਰ ਉਹਦੇ ਵਿੱਚ ਕੋਈ ਖੁਸ਼ੀ ਨਹੀਂ ਸੀ। ਉਹ ਖੁਸ਼ ਹੋ ਕੇ ਨਹੀਂ ਸੀ ਕੰਮ ਕਰਦਾ। ਤੇ ਛੋਟੇ ਭਰਾ ਵਾਸਤੇ ਉਹਦੀ ਜ਼ਿੰਦਗੀ ਵਿੱਚ ਕੋਈ ਵੀ ਜਗ੍ਹਾ ਹੈ ਨਹੀਂ ਸੀ। ਨਾ ਉਹਦੇ ਦਿਲ ਵਿੱਚ ਕੋਈ ਪਿਆਰ ਸੀ ਉਸ ਛੋਟੇ ਭਰਾ ਵਾਸਤੇ, ਜਿਹਨੂੰ ਆਪਾਂ ਅਜਾੜੂ ਪੁੱਤਰ ਕਹਿੰਦੇ ਹਾਂ। ਉਹਨ ਆਪਣੇ ਸਾਰੇ ਰਿਸ਼ਤੇ ਤੋੜ ਦਿੱਤੇ ਸਨ। ਵੱਡਾ ਭਰਾ ਚਾਹੁੰਦਾ ਸੀ ਕਿ ਪਿਤਾ ਵੀ ਮੇਰੇ ਵਾਂਗੂ ਉਸ ਦੇ ਉੱਤੇ ਤਰਸ ਨਾ ਕਰੇ ਤੇ ਨਾ ਹੀ ਮੁੜ ਕੇ ਉਹਦੇ ਨਾਲ ਕੋਈ ਰਿਸ਼ਤਾ ਜੋੜੇ। ਇਹ ਤੇਰਾ ਪੁੱਤਰ ਕਿਤਨਾ ਖਰਾਬ ਸੀ। ਆਪਣੇ ਪਿਤਾ ਨੂੰ ਕਹਿਣ ਲੱਗਾ, ਤੂੰ ਇਸ ਦੇ ਵਾਸਤੇ ਪਾਰਟੀ ਕਰਦਾ ਫਿਰਦਾ ਹੈ। ਪਿਤਾ ਨੂੰ ਉਹ ਅਲਾਮਾ ਦਿੰਦਾ ਹੁੰਦਾ ਸੀ ਕਿ ਤੂੰ ਮੇਰੇ ਵਾਸਤੇ ਕੁਝ ਵੀ ਨਹੀਂ ਕੀਤਾ। ਆਪਣਾ ਭੌਰਾ ਵੀ ਪਿਆਰ ਮੈਨੂੰ ਦਿਖਾਇਆ ਨਹੀਂ। ਪਿਤਾ ਨੂੰ ਕਹਿਣ ਲੱਗਾ, ਮਾਫੀ ਦੇਣ ਨੂੰ ਬਿਲਕੁਲ ਤਿਆਰ ਨਹੀਂ ਸੀ ਆਪਣੇ ਛੋਟੇ ਭਰਾ ਨੂੰ, ਤੇ ਨਾ ਹੀ ਚਾਹੁੰਦਾ ਸੀ ਕਿ ਪਿਤਾ ਉਹਨੂੰ ਮਾਫ ਕਰੇ। ਪਰ ਮੇਰੇ ਭੈਣੋ ਭਰਾਵੋ, ਜੋ ਤੁਹਾਡੇ ਕਿਸੇ ਨਾਲ ਅੱਜ ਗਿਲਾ ਹੈ ਜਾਂ ਗੁੱਸਾ ਹੈ, ਤੁਸੀਂ ਉਹਨੂੰ ਸੁਧਾਰ ਲਵੋ ਤਾਂ ਕਿ ਵੱਡੇ ਪੁੱਤਰ ਵਾਂਗੂ ਸਾਰੀਆਂ ਜਿਹੜੀਆਂ ਬਰਕਤਾਂ ਉਹਨੇ ਪਾਰਟੀ ਵਿੱਚ ਹਾਸਲ ਕਰਨੀਆਂ ਸਨ, ਉਹ ਉਹਨਾਂ ਨੂੰ ਗੁਆ ਬੈਠਾ। ਕਿਤੇ ਤੁਸੀਂ ਨਾ ਗੁਆ ਬੈਠਿਓ। ਤੁਹਾਨੂੰ ਮਾਫ ਕਰਨ ਵਾਲਾ ਆਤਮਾ ਤੁਹਾਡੇ ਵਿੱਚ ਹੋਣਾ ਚਾਹੀਦਾ ਹੈ। ਫਿਰ ਬਾਬਾ ਦੱਸਦੀ ਹੈ ਕਿ ਜਦੋਂ ਤੁਸੀਂ ਆਪਣੇ ਆਪ ਨੂੰ ਸੁਧਾਰੋਗੇ ਤੇ ਪੁੱਤਰ ਵਾਂਗੂ ਜਿਹੜੀਆਂ ਬਰਕਤਾਂ ਉਹਨਾਂ ਨੇ ਗਵਾਈਆਂ ਹਨ ਉਹ ਤੁਸੀਂ ਨਹੀਂ ਗਵਾਓਗੇ। ਪਰ ਇਸ ਪੁੱਤਰ ਨੇ, ਜੋ ਵੱਡਾ ਪੁੱਤਰ ਸੀ, ਇਹਨੇ ਆਪਣੀਆਂ ਸਾਰੀਆਂ ਬਰਕਤਾਂ ਗਵਾ ਬੈਠਾ ਸੀ। ਉਸ ਨੂੰ ਖੁਸ਼ੀ ਵਿੱਚ ਸ਼ਾਮਲ ਹੋਣਾ ਚਾਹੀਦਾ ਸੀ। ਉਹਨੂੰ ਚਾਹੀਦਾ ਸੀ ਕਿ ਆਨੰਦ ਮਾਣਨਾ ਚਾਹੀਦਾ ਸੀ ਕਿ ਮੇਰਾ ਭਰਾ ਜੋ ਬਾਹਰੋਂ ਦੂਰੋਂ ਆਇਆ ਹੈ, ਜੋ ਸਭ ਕੁਝ ਇਹਦੇ ਕੋਲ ਕੁਛ ਨਹੀਂ ਰਿਹਾ, ਤੇ ਉਹਦੀ ਦੇਖਭਾਲ ਉਹਨੂੰ ਕਰਨੀ ਚਾਹੀਦੀ ਸੀ, ਪਰ ਉਸਨੇ ਕੀਤੀ ਨਹੀਂ। ਪਰ ਲੇਕਿਨ ਉਹ ਅੰਦਰ ਵੀ ਨਹੀਂ ਗਿਆ। ਬਾਬਾ ਦੱਸਦੀ ਹੈ ਉਹ ਇਕੱਲੇ ਦਾ ਇਕੱਲਾ ਹੀ ਰਹਿ ਗਿਆ। ਇਹ ਸੀ ਬਾਈਬਲ ਦੀ ਛੋਟਾ ਜਿਹਾ ਹਿੱਸਾ ਜੋ ਤੁਹਾਡੇ ਸਾਹਮਣੇ ਮੈਂ ਅੱਜ ਪੇਸ਼ ਕੀਤਾ ਹੈ। ਹੁਣ ਮੈਂ ਤੁਹਾਨੂੰ ਥੋੜੇ ਚੰਦ ਅੱਖਰਾਂ ਵਿੱਚ ਤੁਹਾਨੂੰ ਸਮਝਾਵਾਂਗਾ ਕਿ ਜਿਹੜਾ ਅਜਾੜੂ ਪੁੱਤਰ ਦਾ ਵੱਡਾ ਭਰਾ ਸੀ, ਉਹ ਇਹ ਆਪਣੇ ਛੋਟੇ ਭਰਾ ਨੂੰ ਇੰਨਾ ਪਿਆਰ ਨਹੀਂ ਸੀ ਕਰਦਾ ਜਿੰਨਾ ਉਹਨੂੰ ਕਰਨਾ ਚਾਹੀਦਾ ਸੀ। ਉਹਨੇ ਆਪਣਾ ਰਿਸ਼ਤਾ ਸਭ ਤੋਂ ਤੋੜਿਆ ਹੋਇਆ ਸੀ। ਉਹਦੇ ਭਰਾ ਵਾਸਤੇ ਕੋਈ ਗੁੱਸਾ ਸੀ। ਗੁੱਸਾ ਰਹਿੰਦਾ ਹੁੰਦਾ ਸੀ। ਉਹ ਚਾਹੁੰਦਾ ਨਹੀਂ ਸੀ ਕਿ ਇਹ ਵਾਪਸ ਆਵੇ, ਪਰ ਪਿਤਾ ਚਾਹੁੰਦਾ ਸੀ ਕਿ ਜ਼ਰੂਰ ਵਾਪਸ ਆਵੇਗਾ ਇੱਕ ਦਿਨ, ਕਿਉਂਕਿ ਸਾਡੇ ਜੋ ਪਰਮੇਸ਼ਵਰ ਹੈ ਉਹ ਦੂਜਾ ਚਾਂਸ ਦੇਣ ਵਾਲਾ ਪਰਮੇਸ਼ਵਰ ਹੈ। ਸੋ ਜੇ ਤੁਹਾਡਾ ਵਿਸ਼ਵਾਸ ਠੰਡਾ ਪੈ ਗਿਆ ਹੈ, ਤੁਸੀਂ ਵੀ ਇੱਕ ਪੁੱਤਰ ਦੀ ਤਰ੍ਹਾਂ ਉਹਦੇ ਕੋਲ ਵਾਪਸ ਆ ਜਾਓ। ਉਹ ਵੀ ਤੁਹਾਨੂੰ ਗਲੇ ਲਾ ਲਵੇਗਾ ਤੇ ਤੁਹਾਨੂੰ ਬਚਾ ਲਵੇਗਾ, ਤੁਹਾਡੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰੇਗਾ, ਤੇ ਉਹ ਆਪਣੀ ਫੈਮਿਲੀ ਦੇ ਮੈਂਬਰ ਤੁਹਾਨੂੰ ਮੁੜ ਕੇ ਫਿਰ ਬਣਾ ਲਵੇਗਾ। ਤੁਸੀਂ ਜ਼ਰੂਰ ਇਹਦੇ ਵਿੱਚੋਂ ਇਹ ਸਿੱਖਦੇ ਹੋ ਕਿ ਚਰਚ ਵਿੱਚ ਵੀ ਬਹੁਤ ਸਾਰੇ ਇਹੋ ਜਿਹੇ ਲੋਕੀ ਆਉਣਗੇ। ਜਦੋਂ ਲੋਕਡਾਊਨ ਖਤਮ ਹੁੰਦਾ ਜਾਂਦਾ ਹੈ ਦਿਨ ਪਰ ਦਿਨ, ਆਪਣਾ ਵੀ ਉਹਨਾਂ ਨਾਲ ਵਰਤਾਓ ਚੰਗਾ ਹੋਣਾ ਚਾਹੀਦਾ ਹੈ। ਆਪਣੇ ਵਿੱਚ ਵੀ ਮਾਫੀ ਵਾਲਾ ਦਿਲ ਹੋਣਾ ਚਾਹੀਦਾ ਹੈ। ਅਸੀਂ ਉਹਨਾਂ ਨੂੰ ਮਾਫ ਕਰ ਸਕੀਏ, ਉਹਨਾਂ ਨੂੰ ਚੰਗੀ ਤਰ੍ਹਾਂ ਵੈਲਕਮ ਕਰ ਸਕੀਏ ਚਰਚ ਦੇ ਵਿੱਚ, ਕਿਉਂਕਿ ਉਹ ਗੁਆਚੇ ਹੋਏ ਹਨ, ਉਹ ਠੰਡੇ ਪੈ ਗਏ ਹਨ, ਉਹ ਵਾਪਸ ਫੈਮਿਲੀ ਦੇ ਵਿੱਚ ਆਉਣਾ ਚਾਹੁੰਦੇ ਹਨ। ਤੇ ਆਪਾਂ ਉਹਨਾਂ ਦੀ ਰੁਕਾਵਟ ਨਹੀਂ ਬਣਨਾ,
ਵੱਡੇ ਪੁੱਤਰ ਵਾਂਗੂ, ਬਲਕਿ ਆਪਾਂ ਪਿਤਾ ਦੇ ਵਾਂਗੂ ਆਪਣੇ ਆਪਾਂ ਉਹਦੇ ਉੱਪਰ ਤਰਸ ਖਾਣਾ ਹੈ, ਤੇ ਉਹ ਆਣ ਕੇ ਤਾਂ ਕਿ ਉਹ ਪਰਮੇਸ਼ਰ ਦੀ ਫੈਮਿਲੀ ਦੇ ਮੈਂਬਰ ਬਣ ਸਕਣ। ਸੋ ਮੇਰੇ ਭੈਣੋ ਭਰਾਵੋ, ਅੱਜ ਦਾ ਜੋ ਕਲਾਮ ਸੀ, ਜੋ ਉਜਾੜੂ ਪੁੱਤਰ ਸੀ, ਸੋਹਣਾ ਇਨਕਮ ਕੀਤਾ, ਜੋ ਵਾਪਸ ਆ ਗਿਆ। ਤੁਸੀਂ ਵੀ ਅੱਜ ਵਾਪਸ ਆ ਸਕਦੇ ਹੋ। ਮੇਰਾ ਪਰਮੇਸ਼ਰ ਦੂਜਾ ਚਾਂਸ ਦੇਣ ਵਾਲਾ ਪਰਮੇਸ਼ਵਰ ਹੈ, ਤੇ ਤੁਸੀਂ ਉਹਦੇ ਕੋਲ ਆਣ ਕੇ ਆਪਣੀਆਂ ਬਰਤਾਂ ਨੂੰ ਮੁੜ ਕੇ ਫਿਰ ਹਾਸਲ ਕਰ ਸਕਦੇ ਹੋ। ਜਿੱਦਾਂ ਇਸ ਉਜਾੜੂ ਪੁੱਤਰ ਨੂੰ ਕੱਪੜੇ ਨਵੇਂ ਪਹਿਨਾਏ ਗਏ, ਉਹਦੇ ਹੱਥ ਵਿੱਚ ਅੰਗੂਠੀ ਪਾਈ ਗਈ ਤੇ ਉਹਦੇ ਪੈਰੀਂ ਜੁੱਤੀ ਪਾਈ ਗਈ, ਤੇ ਬਾਈਬਲ ਦੱਸਦੀ ਹੈ ਕਿ ਜੋ ਵਾਪਸ ਆਉਂਦੇ ਹਨ, ਜੋ ਪਾਪੀ ਇਹ ਆਣ ਕੇ ਪਾਪਾਂ ਦੀ ਮਾਫੀ ਮੰਗਦਾ ਹੈ, ਤੇ ਸਵਰਗ ਦੇ ਵਿੱਚ ਖੁਸ਼ੀ ਮਨਾਈ ਜਾਂਦੀ ਹੈ। ਅੱਜ ਤੁਹਾਡੇ ਕਾਰਨ ਵੀ ਸਵਰਗ ਵਿੱਚ ਜੋ ਦੂਤ ਹਨ ਉਹ ਖੁਸ਼ੀ ਮਨਾਉਣਗੇ ਪਿਤਾ ਦੇ ਮੂਹਰੇ, ਜੇਕਰ ਤੁਸੀਂ ਉਹਦੇ ਕੋਲ ਆਵੋਗੇ ਤਾਂ। ਤੁਸੀਂ ਇਸ ਛੋਟੀ ਜਿਹੀ ਕਹਾਣੀ ਨੂੰ ਚੰਗੀ ਤਰ੍ਹਾਂ, ਇਸ ਛੋਟੇ ਜਿਹੇ ਦ੍ਰਿਸ਼ਟਾਂਤ ਨੂੰ ਤੁਸੀਂ ਚੰਗੀ ਤਰ੍ਹਾਂ ਸੁਣਿਆ ਹੈ, ਤੇ ਮੇਰੀ ਸਾਰੀ ਇਹ ਅਰਜ਼ ਹੈ ਕਿ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਆਪਣੇ ਵਿੱਚ ਮਜ਼ਬੂਤ ਰੱਖਣਾ ਹੈ, ਹਮੇਸ਼ਾ ਚੇਤੇ ਰੱਖਣਾ ਹੈ ਕਿ ਜੇ ਅਸੀਂ ਗਿਰ ਵੀ ਗਏ, ਸਾਡਾ ਇੱਕ ਪਰਮੇਸ਼ਵਰ ਹੈ ਜੋ ਦੂਜਾ ਚਾਂਸ ਦੇਣ ਵਾਲਾ ਪਰਮੇਸ਼ਵਰ ਹੈ। ਉਹ ਸਾਨੂੰ ਮੁੜ ਕੇ ਫਿਰ ਇਕੱਠੇ ਕਰ ਸਕਦਾ ਹੈ। ਆਪਾਂ ਕਾਇਨ ਤੇ ਹਾਬਲ ਵਰਗੇ ਨਹੀਂ ਬਣਨਾ। ਜੋ ਕਾਇਨ ਸੀ ਉਹ ਹਾਬਲ ਨਾਲ ਬਹੁਤ ਕ੍ਰੋਧ ਕਰਦਾ ਸੀ, ਬਹੁਤ ਕ੍ਰੋਧ ਰੱਖਦਾ ਸੀ, ਤੇ ਉਹਨੂੰ ਮਾਰ ਸੁੱਟਿਆ ਸੀ। ਇੱਦਾਂ ਆਪਾਂ ਮਤੀ ਦੀ ਅੰਜੀਲ ਉਹਦਾ 23ਵਾਂ ਚੈਪਟਰ ਪੜ੍ਹਦੇ ਹਾਂ, ਤੇ ਉੱਥੇ ਲਿਖਿਆ ਹੈ 28 ਤੋਂ 31 ਤੱਕ ਕਿ ਇੱਕ ਮਨੁੱਖ ਦੇ ਦੋ ਪੁੱਤਰ ਸਨ। ਸਾਡੇ ਪਰਮੇਸ਼ਰ ਦੀ ਹਾਂ ਦੀ ਹਾਂ ਹੈ ਤੇ ਨਾ ਦੀ ਨਾ ਹੈ। ਆਪਾਂ ਪਿਤਾ ਪਰਮੇਸ਼ਰ ਦੇ ਪੁੱਤਰ ਵਾਂਗੇ ਅਸੀਂ ਬਣਨਾ ਹੈ, ਜਿਹਦਾ ਸਾਡਾ ਪੋਰਸੂਲ ਬਣਿਆ ਹੋਇਆ ਸੀ। ਸੋ ਮੇਰੇ ਭੈਣੋ ਭਰਾਵੋ, ਤੁਸੀਂ ਆਓ ਪਰਮੇਸ਼ਰ ਦੇ ਦ੍ਰਿਸ਼ਟਾਂਤਾਂ ਨੂੰ ਸੁਣੋ ਤੇ ਲੋਕਾਂ ਨੂੰ ਸੁਣਾਓ ਇਹਨਾਂ ਦਾ ਕੀ ਮਤਲਬ ਹੈ, ਤਾਂ ਕਿ ਦੂਜੇ ਲੋਕੀ ਵੀ ਪ੍ਰਭੂ ਯਿਸੂ ਮਸੀਹ ਦੇ ਕੋਲ ਆ ਸਕਣ। ਆਮੈਨ।